Dear students, today we will discuss types of account. Account ਕੀ ਹੁੰਦੇ ਹਨ? ਬੜਾ ਹੀ ਇੰਪੋਰਟੈਂਟ ਟੌਪਿਕ ਹੈ ਸਾਡੇ ਲਈ। ਸਾਡੀ ਸਾਰੀ ਅਕਾਊਂਟਸ ਇਸ 'ਤੇ ਬੇਸ ਹੀ ਚੱਲੇਗੀ। ਬੜੇ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। An account is a record of all business transactions relating to a particular person or item. In accounting, we keep a separate record of each individual asset, liability, expense or income. ਅਸੀਂ ਨੂੰ ਸੌਖੀ ਭਾਸ਼ਾ ਵਿੱਚ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿੰਨੇ ਵੀ ਬਿਜ਼ਨਸ ਟ੍ਰਾਂਜੈਕਸ਼ਨ ਨਾਲ ਯਾਨੀ ਕਿ ਜਿੰਨੇ ਵੀ ਵਪਾਰਿਕ ਲੈਣ ਦੇਣ ਨੇ ਜਿਸ ਪਲੇਸ 'ਤੇ ਜਿਸ ਥਾਂ 'ਤੇ ਜਿਸ ਸਥਾਨ 'ਤੇ ਅਸੀਂ ਲਿਖਦੇ ਹਾਂ ਉਸ ਨੂੰ ਅਸੀਂ ਅਕਾਊਂਟ ਖਾਤੇ ਦੇ ਨਾਮ ਨਾਲ ਜਾਣਦੇ ਹਾਂ। ਪਿਆਰੇ ਵਿਦਿਆਰਥੀਓ, ਇਹ ਸੈਪਰੇਟ ਅਲੱਗ-ਅਲੱਗ ਅਕਾਊਂਟ ਬਣਾਏ ਜਾ ਸਕਦੇ ਨੇ। ਕਿਸੇ ਪਰਸਨ ਦਾ ਅਕਾਊਂਟ ਵੀ ਹੋ ਸਕਦਾ ਹੈ, ਕਿਸੇ ਸੰਪत्ति ਦਾ ਵੀ ਅਕਾਊਂਟ ਹੋ ਸਕਦਾ ਹੈ, ਕਿਸੇ ਖਰਚੇ ਦਾ ਅਕਾਊਂਟ ਵੀ ਹੋ ਸਕਦਾ ਹੈ ਅਤੇ ਕਿਸੇ ਆਮਦਨ ਦਾ ਅਕਾਊਂਟ ਵੀ ਹੋ ਸਕਦਾ ਹੈ। ਹੁਣ ਅਸੀਂ ਇਸ ਨੂੰ ਇੱਕ ਪਰਿਭਾਸ਼ਾ ਦੇ ਰਾਹੀਂ ਡੈਫੀਨੇਸ਼ਨ ਦੇ ਰਾਹੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਅਕੋਰਡਿੰਗ ਟੂ ਕਾਰਟਰ, ਐਨ ਅਕਾਊਂਟ ਇਜ਼ ਏ ਲੈਜਰ ਰਿਕਾਰਡ in summarized form of all the transactions that have taken place with the particular person or things specified. ਇਹ ਵੀ ਸਾਨੂੰ ਇਹੀ ਕਹਿ ਰਿਹਾ ਹੈ ਕਿ ਅਕਾਊਂਟ ਕੀ ਹੈ ਕਿ ਅਸੀਂ ਅਕਾਊਂਟ ਦੀ ਲੈਜਰ ਅਕਾਊਂਟ ਦੇ ਵਿੱਚ ਉਹਦੀ ਸਮਰੀ ਬਣਾਉਂਦੇ ਹਾਂ, ਸਮਰਾਈਜ਼ਡ ਫਾਰਮ ਵਿੱਚ ਉਸ ਨੂੰ ਲਿਖਦੇ ਹਾਂ ਕਿ ਸਾਰੇ ਲੈਣ ਦੇਣਾਂ ਨੂੰ ਇੱਕ ਪਲੇਸ 'ਤੇ ਜਦੋਂ ਲਿਖਦੇ ਹਾਂ ਇਹ ਕਿਸੇ ਪਾਰਟੀਕੂਲਰ ਪਰਸਨ ਨਾਲ ਵੀ ਹੋ ਸਕਦਾ ਹੈ ਅਤੇ ਕਿਸੇ ਥਿੰਗ ਸਪੈਸੀਫਾਈਡ ਨਾਲ ਵੀ ਹੋ ਸਕਦਾ ਹੈ। ਅਸੀਂ ਐਵੇਂ ਵੀ ਕਹਿ ਸਕਦੇ ਹਾਂ ਕਿ ਜਿੰਨੇ ਵੀ ਅਸੀਂ ਲੈਣ ਦੇਣ ਕੀਤੇ ਜਿਸ ਪਲੇਸ 'ਤੇ ਉਹਨਾਂ ਸਾਰੇ ਲੈਣ ਦੇਣ ਨੂੰ ਲਿਖਦੇ ਹਾਂ ਦੈਟ ਇਜ਼ ਕਾਲਡ ਅਕਾਊਂਟ, ਉਸ ਨੂੰ ਖਾਤਾ ਕਿਹਾ ਜਾਂਦਾ ਹੈ। ਪਿਆਰੇ ਵਿਦਿਆਰਥੀਓ, ਅੱਗੇ ਹੈ ਟਾਈਪਸ ਆਫ ਅਕਾਊਂਟ। ਮੇਨ ਇਹਦੀਆਂ 2 ਟਾਈਪਸ ਨੇ। ਵਨ ਇਜ਼ ਪਰਸਨਲ ਅਕਾਊਂਟਸ ਐਂਡ ਅਦਰ ਇਜ਼ ਇੰਪਰਸਨਲ ਅਕਾਊਂਟ। ਵਿਅਕਤੀਗਤ ਖਾਤੇ, ਅਤੇ ਇਹਦੇ ਵਿੱਚ ਜਿਹੜੇ ਵਿਅਕਤੀਗਤ ਖਾਤੇ ਨੇ ਉਹਦੀਆਂ ਅੱਗੇ 3 ਟਾਈਪਸ ਨੇ। ਨੈਚੁਰਲ ਪਰਸਨਲ ਅਕਾਊਂਟ, ਨੰਬਰ 2 ਆਰਟੀਫਿਸ਼ੀਅਲ ਪਰਸਨਲ ਅਕਾਊਂਟ, ਨੰਬਰ 3 ਰੀਪ੍ਰੈਜ਼ੈਂਟੇਟਿਵ ਪਰਸਨਲ ਅਕਾਊਂਟ। ਇਹ ਤਿੰਨਾਂ ਨੂੰ ਅੱਗੇ ਅਸੀਂ ਅਲੱਗ-ਅਲੱਗ ਡਿਫਾਈਨਡ ਕਰਾਂਗੇ ਕਿ ਇਹ ਕੀ ਹੁੰਦੇ ਹਨ। ਨੰਬਰ 2 'ਤੇ ਹੈ ਇੰਪਰਸਨਲ ਅਕਾਊਂਟ। ਪਿਆਰੇ ਵਿਦਿਆਰਥੀਓ, ਇੰਪਰਸਨਲ ਅਕਾਊਂਟ ਅੱਗੇ 2 ਤਰ੍ਹਾਂ ਦੇ ਹੁੰਦੇ ਹਨ। ਰੀਅਲ ਅਕਾਊਂਟਸ, ਅੱਗੇ ਰੀਅਲ ਅਕਾਊਂਟ ਨੂੰ 2 ਪਾਰਟ ਵਿੱਚ ਵੰਡਦੇ ਹਾਂ, ਟੈਂਜੀਬਲ ਰੀਅਲ ਅਕਾਊਂਟਸ ਅਤੇ ਇਨਟੈਂਜੀਬਲ ਰੀਅਲ ਅਕਾਊਂਟਸ। ਅਤੇ ਇੰਪਰਸਨਲ ਅਕਾਊਂਟ ਵਿੱਚ ਦੂਸਰੇ ਨੰਬਰ 'ਤੇ ਹੈ ਨੋਮੀਨਲ ਅਕਾਊਂਟ। ਆਓ ਹੁਣ ਅਸੀਂ ਇਹਨੂੰ 1 ਬਾਈ 1 ਡਿਫਾਈਨਡ ਕਰਦੇ ਹਾਂ, ਸਮਝਦੇ ਹਾਂ। ਸਭ ਤੋਂ ਪਹਿਲਾਂ ਸਮਝਾਂਗੇ ਪਰਸਨਲ ਅਕਾਊਂਟ ਕੀ ਹੈ। ਪਰਸਨਲ ਅਕਾਊਂਟ ਦੀ ਅਕਾਊਂਟਸ which relate to an individual, firm, company or institution are called personal accounts. Account of Mon, account of X Limited, bank account, drawings account, etc. ਪਿਆਰੇ ਵਿਦਿਆਰਥੀਓ, ਕਿ ਜਿਹੜੇ ਕਿਸੇ ਇੰਡੀਵਿਜੂਅਲ ਨਾਲ, ਕਿਸੇ ਫਾਰਮ ਨਾਲ ਜਾਂ ਕੰਪਨੀ ਨਾਲ ਜਾਂ ਕਿਸੇ ਸੰਸਥਾ ਨਾਲ ਸੰਬੰਧਿਤ ਹੁੰਦੇ ਹਨ ਉਸ ਨੂੰ ਅਸੀਂ ਪਰਸਨਲ ਅਕਾਊਂਟ ਦੇ ਨਾਮ ਨਾਲ ਜਾਣਦੇ ਹਾਂ। ਯਾਨੀ ਕਿ ਜਿੱਥੇ ਕੋਈ ਨਾਮ ਆ ਜੇ, ਕਿਸੇ ਦਾ ਨਾਮ ਆ ਜੇ, ਰਾਮ ਆ ਜੇ, ਸ਼ਾਮ ਆ ਜੇ, ਕਿਸੇ ਸਕੂਲ ਦਾ ਨਾਮ ਆ ਜੇ, ਕਿਸੇ ਬੈਂਕ ਦਾ ਨਾਮ ਆ ਜੇ, ਤਾਂ ਆਲ ਆਰ ਇਨਕਲੂਡਿਡ ਇਨ ਪਰਸਨਲ ਅਕਾਊਂਟਸ। ਅੱਗੇ ਹੁਣ ਅਸੀਂ ਪਰਸਨਲ ਅਕਾਊਂਟ ਨੂੰ 3 ਪਾਰਟ ਵਿੱਚ ਵੰਡਦੇ ਹਾਂ। ਸਭ ਤੋਂ ਪਹਿਲੇ ਨੰਬਰ 'ਤੇ ਹੈ ਨੈਚੁਰਲ ਪਰਸਨਲ ਅਕਾਊਂਟਸ। ਅਕਾਊਂਟਸ ਆਫ ਨੈਚੁਰਲ ਪਰਸਨਸ ਮੀਨ the accounts of human beings. For example, Mon's account, Son's account, debtors account, creditors account. ਪਿਆਰੇ ਵਿਦਿਆਰਥੀਓ, ਫਿਰ ਨੈਚੁਰਲ ਪਰਸਨਲ ਅਕਾਊਂਟ ਕੀ ਹੈ? ਜਿਹਦੇ ਵਿੱਚ ਹਿਊਮਨ ਬੀਇੰਗ ਆ ਗਈ, ਯਾਨੀ ਕਿ ਪਰਸਨ ਦੇ ਨਾਮ, ਹੀ ਦਾ ਨਾਮ, ਸ਼ੀ ਦਾ ਨਾਮ, ਜਿਵੇਂ ਦਾ ਕੀ ਲਿਖਿਆ ਆਪਾਂ ਮੋਨ ਦਾ ਅਕਾਊਂਟ, ਸੋਨ ਅਕਾਊਂਟ, ਡੈਟਰ ਅਕਾਊਂਟ, ਜਿਹਦੇ ਵਿੱਚ ਹਿਊਮਨ ਬੀਇੰਗਸ ਨੇ, ਅਸੀਂ ਉਹਨਾਂ ਨੂੰ ਕੀ ਕਹਿੰਦੇ ਹਾਂ? ਨੈਚੁਰਲ ਪਰਸਨਲ ਅਕਾਊਂਟਸ। ਨੰਬਰ 2 'ਤੇ ਹੈ ਜੀ ਆਰਟੀਫਿਸ਼ੀਅਲ ਪਰਸਨਲ ਅਕਾਊਂਟਸ। ਦੋਜ਼ ਅਕਾਊਂਟਸ ਡੂ ਨਾਟ ਹੈਵ ਫਿਜ਼ੀਕਲ ਐਗਜ਼ਿਸਟੈਂਸ ਐਜ਼ ਹਿਊਮਨ ਬੀਇੰਗਸ ਬਟ ਦੇ ਵਰਕ ਐਜ਼ ਪਰਸਨਲ ਅਕਾਊਂਟ। ਆਰਟੀਫਿਸ਼ੀਅਲ ਪਰਸਨਲ ਅਕਾਊਂਟ ਵਿੱਚ ਪਿਆਰੇ ਵਿਦਿਆਰਥੀਓ
ਉਹ ਵਾਲੇ ਅਕਾਊਂਟ ਆਉਂਦੇ ਹਨ ਜਿਨ੍ਹਾਂ ਦੀ ਹਿਊਮਨ ਬੀਇੰਗ ਐਗਜ਼ਿਸਟੈਂਸ ਨਹੀਂ ਹੈਗੀ, ਪਰ ਉਹ ਐਜ਼ ਏ ਪਰਸਨਲ ਅਕਾਊਂਟ ਕੰਮ ਕਰਦੇ ਹਨ। ਜਿਵੇਂ ਕੋਈ ਫਰਮ ਦੇ ਬਿਹਾਫ 'ਤੇ ਕੋਈ ਪਰਸਨ ਕੰਮ ਕਰ ਰਿਹਾ, ਲੇਕਿਨ ਨਾਮ ਕਿਹਦਾ ਚੱਲੇਗਾ? ਫਾਰਮ ਦਾ। ਐਵੇਂ ਹੀ ਕਿਸੇ ਕੰਪਨੀ ਦਾ ਨਾਮ, ਕਿਸੇ ਸੰਸਥਾ ਦਾ ਨਾਮ, ਕਿਸੇ ਸਕੂਲ ਦਾ ਨਾਮ, ਕਿਸੇ ਬੈਂਕ ਦਾ ਨਾਮ, ਯਾਨੀ ਕਿ ਇਹਨਾਂ ਸਾਰੀਆਂ ਸੰਸਥਾਵਾਂ, ਸਾਰੇ ਇੰਸਟੀਟਿਊਸ਼ਨ ਦੇ ਵਿੱਚ ਕੋਈ ਨਾ ਕੋਈ ਪਰਸਨ ਐਜ਼ ਏ ਪਰਸਨ ਕੰਮ ਕਰ ਰਿਹਾ ਹੈ। ਇਸ ਵਾਸਤੇ ਅਸੀਂ ਇਸ ਨੂੰ ਕੀ ਕਹਿੰਦੇ ਹਾਂ? ਆਰਟੀਫਿਸ਼ੀਅਲ ਪਰਸਨਲ ਅਕਾਊਂਟ। ਇਸ ਤੋਂ ਬਾਅਦ ਤੀਸਰੇ ਨੰਬਰ 'ਤੇ ਹੈ ਰੀਪ੍ਰੈਜ਼ੈਂਟੇਟਿਵ ਪਰਸਨਲ ਅਕਾਊਂਟ। ਵੈਨ ਐਨ ਅਕਾਊਂਟ represents a particular person or group of person, it is termed representative personal account। ਪਿਆਰੇ ਵਿਦਿਆਰਥੀਓ, ਜਦੋਂ ਇੱਕ ਅਕਾਊਂਟ ਜਾਂ ਤਾਂ ਪਾਰਟੀਕੂਲਰ ਪਰਸਨ ਨੂੰ ਜਾਂ ਗਰੁੱਪ ਪਰਸਨ ਨੂੰ ਕੀ ਕਰੇ? ਰੀਪ੍ਰੈਜ਼ੈਂਟ ਕਰੇ, ਤਾਂ ਅਸੀਂ ਉਸ ਨੂੰ ਰੀਪ੍ਰੈਜ਼ੈਂਟੇਟਿਵ ਪਰਸਨਲ ਅਕਾਊਂਟ ਆਖਦੇ ਹਾਂ। ਜਿਵੇਂ ਅਸੀਂ ਇੱਦਾਂ ਵੀ ਕਹਿ ਸਕਦੇ ਹਾਂ ਕਿ ਸਾਡੇ ਕੋਲ ਕੋਈ ਖਰਚਾ ਆ ਗਿਆ ਜਾਂ ਕੋਈ ਇਨਕਮ ਆ ਗਿਆ, ਕਿਸੇ ਐਕਸਪੈਂਸ ਜਾਂ ਇਨਕਮ ਦੇ ਅੱਗੇ ਜਾਂ ਪਿੱਛੇ ਆਊਟਸਟੈਂਡਿੰਗ ਜਾਂ ਵਰਡ ਪ੍ਰੀਪੇਡ ਲੱਗ ਜੇ, ਜਿੱਦਾਂ ਕਿ ਸਾਡੇ ਕੋਲ ਰੈਂਟ ਹੈ, ਪ੍ਰੀਪੇਡ ਰੈਂਟ, ਸੈਲਰੀ ਆਊਟਸਟੈਂਡਿੰਗ। ਹੁਣ ਅਸੀਂ ਆਊਟਸਟੈਂਡਿੰਗ ਵਰਡ ਸੈਲਰੀ ਦੇ ਅੱਗੇ ਵੀ ਲਗਾ ਸਕਦੇ ਹਾਂ, ਸੈਲਰੀ ਤੋਂ ਬਾਅਦ ਵੀ ਲਿਖ ਸਕਦੇ ਹਾਂ। ਇੱਥੇ ਸਾਡੇ ਕੋਲ ਸੈਲਰੀ ਤੋਂ ਬਾਅਦ ਲਿਖਿਆ ਹੋਇਆ ਹੈ ਸੈਲਰੀ ਆਊਟਸਟੈਂਡਿੰਗ। ਜਿਵੇਂ ਅਕਰੀਊਡ ਇੰਟਰਸਟ ਐਂਡ ਅਨਅਰਨਡ ਕਮਿਸ਼ਨ, ਯਾਨੀ ਕਿ ਕਿਸੇ ਐਕਸਪੈਂਸ ਔਰ ਇਨਕਮ ਦੇ ਅੱਗੇ ਜਦੋਂ ਅਸੀਂ ਕਿਹੜੇ ਵਰਡ ਲਗਾਉਂਦੇ ਹਾਂ? ਆਊਟਸਟੈਂਡਿੰਗ ਨੂੰ ਅੱਗੇ ਜਾਂ ਪਿੱਛੇ ਲਗਾਇਆ ਜਾ ਸਕਦਾ ਹੈ, ਰੈਂਟ ਦੇ ਅੱਗੇ ਪ੍ਰੀਪੇਡ ਲੱਗ ਗਿਆ, ਜਿੱਦਾਂ ਕਿ ਅਕਰੀਊਡ ਇੰਟਰਸਟ ਆ ਗਿਆ, ਅਨਅਰਨਡ ਕਮਿਸ਼ਨ ਆ ਗਿਆ। ਆਲ ਆਰ ਇਨਕਲੂਡਿਡ ਇਨ ਰੀਪ੍ਰੈਜ਼ੈਂਟੇਟਿਵ ਪਰਸਨਲ ਅਕਾਊਂਟਸ। ਇਸ ਬਾਅਦ ਸਾਡੇ ਕੋਲ ਸੈਕਿੰਡ ਮੇਨ ਅਕਾਊਂਟ ਹੈ ਰੀਅਲ ਅਕਾਊਂਟ। The accounts of all those things whose value can be measured in terms of money and which are the properties of the business are termed as real account। ਬਿਜ਼ਨਸ ਦੀ ਉਹ ਸਾਰੀਆਂ ਜਾਇਦਾਦ, ਉਹ ਸਾਰੀਆਂ ਪ੍ਰੋਪਰਟੀਜ਼ ਜਿਸ ਨੂੰ ਅਸੀਂ ਪੈਸੇ ਦੇ ਰੂਪ ਵਿੱਚ ਮਾਪ ਸਕਦੇ ਹਾਂ, ਪਿਆਰੇ ਵਿਦਿਆਰਥੀਓ, ਉਸ ਨੂੰ ਅਸੀਂ ਰੀਅਲ ਅਕਾਊਂਟ ਦੇ ਨਾਮ ਨਾਲ ਜਾਣਦੇ ਹਾਂ। ਜਿੰਨੀਆਂ ਵੀ ਜਾਇਦਾਦ ਨੇ, ਜਿੰਨੀਆਂ ਵੀ ਪ੍ਰੋਪਰਟੀਜ਼ ਨੇ, ਸਾਰੀਆਂ ਦੀਆਂ ਸਾਰੀਆਂ ਹੀ ਰੀਅਲ ਅਕਾਊਂਟ ਦੇ ਵਿੱਚ ਸ਼ਾਮਲ ਕੀਤੀਆਂ ਜਾਂਦੀਆਂ ਹਨ। ਜਿਵੇਂ ਕੈਸ਼, ਬੈਂਕ ਬੈਲੈਂਸ, ਫਰਨੀਚਰ, ਮਸ਼ੀਨਰੀ, ਗੁੱਡਵਿਲ। ਤਾਂ ਪਿਆਰੇ ਵਿਦਿਆਰਥੀਓ, ਇਹ ਸਾਰਿਆਂ ਨੂੰ ਅਸੀਂ ਰੀਅਲ ਅਕਾਊਂਟ ਦੇ ਵਿੱਚ ਕੰਸੀਡਰ ਕਰਦੇ ਹਾਂ। ਅੱਗੇ ਰੀਅਲ ਅਕਾਊਂਟ ਨੂੰ ਦੋ ਪਾਰਟ ਦੇ ਵਿੱਚ, ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਸਭ ਤੋਂ ਪਹਿਲਾ ਪਾਰਟ ਹੈ ਟੈਂਜੀਬਲ ਰੀਅਲ ਅਕਾਊਂਟਸ। ਡੀਅਰ ਸਟੂਡੈਂਟਸ, ਟੈਂਜੀਬਲ ਰੀਅਲ ਅਕਾਊਂਟਸ ਆਰ ਦੀ ਅਕਾਊਂਟਸ ਆਫ ਦੋਜ਼ ਥਿੰਗਸ ਵਿਚ ਕੈਨ ਬੀ ਟੱਚਡ, ਫੈਲਟ, ਮੈਜ਼ਰਡ, ਪਰਚੇਜ਼ਡ, ਸੋਲਡ ਐਟਸੈਟਰਾ। ਜਿਸ ਨੂੰ ਅਸੀਂ ਕੀ ਕਰ ਸਕਦੇ ਹਾਂ? ਸੀਨ ਵੀ ਕਰ ਸਕਦੇ ਹਾਂ, ਟੱਚ ਵੀ ਕਰ ਸਕਦੇ ਹਾਂ, ਮਹਿਸੂਸ ਵੀ ਕਰ ਸਕਦੇ ਹਾਂ, ਮੈਜ਼ਰ ਵੀ ਕਰ ਸਕਦੇ ਹਾਂ, ਖਰੀਦ ਵੀ ਸਕਦੇ ਹਾਂ, ਵੇਚ ਵੀ ਸਕਦੇ ਹਾਂ। ਆਲ ਆਰ ਟੈਂਜੀਬਲ ਰੀਅਲ ਅਕਾਊਂਟਸ ਲਾਈਕ ਕੈਸ਼, ਸਟਾਕ, ਫਰਨੀਚਰ ਅਕਾਊਂਟ, land account, building account, etc. all are included in tangible real accounts। नंबर 2 ਤੇ ਹੈ ਜੀ intangible real accounts। those accounts represent such things which cannot be touched, but of course their value can be measured in term of money। ਅਸੀਂ ਇਹਨਾਂ ਨੂੰ ਟੱਚ ਨਹੀਂ ਕਰ ਸਕਦੇ, ਨਾ ਹੀ ਅਸੀਂ ਇਹਨਾਂ ਨੂੰ ਸੀਨ ਕਰ ਸਕਦੇ, ਬਟ ਇਹ ਹੈਗੇ ਕੀ ਨੇ? ਇਨਟੈਂਜੀਬਲ ਰੀਅਲ ਅਕਾਊਂਟਸ ਨੇ, ਬਟ ਅਸੀਂ ਇਹਨਾਂ ਨੂੰ ਪੈਸੇ ਦੇ ਰੂਪ ਵਿੱਚ ਮਾਪ ਸਕਦੇ ਹਾਂ। ਜਿਵੇਂ ਕਿ ਗੁੱਡਵਿਲ ਅਕਾਊਂਟਸ, ਗੁੱਡਵਿਲ ਨੂੰ ਕਹਿੰਦੇ ਹਾਂ ਰੈਪੂਟੇਸ਼ਨ ਆਫ ਦੀ ਬਿਜ਼ਨਸ। ਕਿਸੇ ਬਿਜ਼ਨਸ ਦੀ ਰੈਪੂਟੇਸ਼ਨ, ਉਹਦੀ ਸ਼ਾਖ, ਉਹਨੂੰ ਅਸੀਂ ਗੁੱਡਵਿਲ ਕਹਿੰਦੇ ਹਾਂ। पेटेंट्स अकाउंट, ट्रेडमार्क अकाउंट्स एटसेट्रा। बेटा जी ये सारे क्या हैं? इनटेंजिबल रियल अकाउंट्स। इस तो बाद सारे कोल नैक्सट है जी नॉमिनल अकाउंट्स। दोज अकाउंट्स इंक्लूड्स द अकाउंट्स ऑफ ऑल
ਐਕਸਪੈਂਸਿਸ ਐਂਡ ਇਨਕਮ, यानी कि जिंदे विच सारे खर्चे ते सारियां आमदनियां आन उस नूं असीं नॉमिनल अकाउंट दे नाम नाल जाणदे हां। दी एग्जाम्पल ऑफ नॉमिनल अकाउंट्स रिलेटिंग टू दी एक्सपेंसिस, खर्चों नाल किहड़े किहड़े रिलेटेड ने, जिवें सैलरी, मान लो असीं कोई बिजनेस चला रहे हैं, असीं सैलरी पे की, दैट इज़ आवर एक्सपेंस। रेंट पे किया, दैट इज़ आल्सो आवर एक्सपेंस। डिस्काउंट अलाउड किया, किसी नूं छूट दी, इट इज़ अ पार्ट ऑफ एक्सपेंस। इस तो अगे दी एग्जाम्पल ऑफ नॉमिनल अकाउंट्स रिलेटिंग टू दी इनकम आर कमीशन रिसीवड, सानू किधरों लाभ मिलया, कमीशन मिल गया, इंटरस्ट प्राप्त होया, सानू डिस्काउंट प्राप्त होया, ये साड़ियाँ सारियाँ की ने इनकम ने। जिन्नियां सानू प्राप्त हो रहे हैं वो साढ़े इनकम ने, जिन्ने असी पे कर रहे हैं वो साढ़े सारे खर्चे ने। तो यह है प्यारे विद्यार्थियों साढ़े कोल नॉमिनल अकाउंट। कई बार साढ़े को भी पूछा जाता है कि दसो मेन अकाउंट कई किन्ने होंदे हैं, तो कई बार असीं ये भी कह दें कि मेन अकाउंट 3 होंदे हैं जी, परसनल अकाउंट, रीयल अकाउंट तो नॉमिनल अकाउंट। जदों असीं इन्हां नाल रिगार्डिंग रूल्स करांगे तो उदों असीं इन्हां 3 अकाउंट नूं ही लैके चलांगे। मैं उम्मीद करदा कि ये वाला टॉपिक टाइप्स ऑफ अकाउंट्स आपनूं बड़ी चंगी तरह नाल समझ आ गया होएगा। थैंक्स फॉर वाचिंग दिस वीडियो। जय हिंद।